ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਟਾ ਮਹੱਲਾ ਚੌਥਾ। ਮੇਰੇ ਮਾਨਾ ਜਾਪ ਹਰ ਹਰ ਨਾਮ ਸਾਖੇ, ਗੁਰ ਪ੍ਰਸਾਦੀ ਹਰ ਨਾਮ ਧਿਆਇਓ। ਹਮ ਸਤਿਗੁਰ ਚਰਨ ਪਾਖੇ, ਮੇਰੇ ਮਨ ਜਾਪ ਹਰ ਹਰ ਨਾਮ ਸਾਖੇ, ਗੁਰ ਪ੍ਰਸਾਦੀ ਹਰ ਨਾਮ ਧਿਆਇਓ। ਹਮ ਸਤਿਗੁਰ ਚਰਨ ਪਾਖੇ ਰਹਾਉ। ਊਤਮ ਜਗन्नाथ ਜਗਦੀਸ਼ਵਰਾ, ਹਮ ਪਾਪੀ ਸ਼ਰਨ ਰੱਖੇ। ਤੁਮ ਬੜ ਪੁਰਖ ਦੀਨ ਦੁਖ ਭੰਜਨਾ, ਹਰ ਦਿਓ ਨਾਮ ਮੁਖੇ। ਹਰ ਗੁਣ ਊਚ ਨੀਚ ਹਮ ਗਾਏ, ਗੁਰ ਸਤਿਗੁਰ ਸੰਗ ਸਾਖੀ। ਜਿਉ ਚੰਦਨ ਸੰਗ ਬਸੈ ਨਿਮ ਬਿਰਖਾ, ਗੁਣ ਚੰਦਨ ਕੇ ਬਸਖੇ। ਹਮਰੇ ਅਵਗਨ ਬਿਖਿਆ ਬਿਖੈ ਕੇ, ਬਾਹੋ ਬਾਰ ਬਾਰ ਨਿਮਖੇ। ਅਵਗਣਿਆਰੇ ਪਾਥਰ ਭਾਰੇ, ਹਰ ਤਾਰੇ ਸੰਗ ਜਾਨਖੇ। ਜਿਨ ਕੋ ਤੁਮ ਹਰ ਰਾਖੋ ਸੁਆਮੀ, ਸਭ ਤਿਨ ਕੇ ਪਾਪ ਕ੍ਰਿਖੇ। ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ, ਤੁਮ ਦੁਸ਼ਟ ਤਾਰੇ ਹਰਨਾਖੇ। ਜਿਨ ਕੋ ਤੁਮ ਹਰ ਰਾਖੋ ਸੁਆਮੀ, ਸਭ ਤਿਨ ਕੇ ਪਾਪ ਕ੍ਰਿਖੇ। ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ, ਤੁਮ ਦੁਸ਼ਟ ਤਾਰੇ ਹਰਨਾਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਐਸੇ ਕਰਨ ਕਾਰਣ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਜੁੜ ਬੈਠੀ ਬਹੁਤ ਹੀ ਸਨਮਾਨ ਤੇ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕਿ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਪ ਜੀ ਨੇ ਆਪਣੇ ਸਵਾਸ ਸਫਲੇ ਕੀਤੇ ਹਨ। ਅੱਜ ਦੂਸਰੇ ਪਾਤਸ਼ਾਹ ਬਾਬਾ ਫੇਰੂ ਨੰਦਨ ਜੀ ਤ੍ਰੇਹਣ ਕੁਲ ਸਿਰਮੌਰ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਹੈ।
ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਆਪ ਜੀ ਮਨਾ ਰਹੇ ਹੋ। ਮੱਤੇ ਦੀ ਸਰਾਂ ਜਿਸ ਨਗਰ ਵਿੱਚ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਦੇ ਉਦਰ ਤੋਂ ਅੱਜ ਦੇ ਦਿਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ ਧਾਰਨ ਕੀਤਾ। ਸਤਿਗੁਰਾਂ ਦਾ ਨਾਮ ਰੱਖਿਆ ਗਿਆ ਭਾਈ ਲਹਿਣਾ। ਮੱਤੇ ਦੀ ਸਰਾਂ ਦੇ ਉੱਤੇ ਧਾੜਵੀਆਂ ਦਾ ਹਮਲਾ ਹੋਇਆ। ਇੱਕ ਵਾਰੀ ਪਿੰਡ ਉਜੜ ਗਿਆ। ਬਾਬਾ ਫੇਰੂ ਮੱਲ ਜੀ ਆਪਣੇ ਪਰਿਵਾਰ ਸਮੇਤ ਖਡੂਰ ਸਾਹਿਬ ਵਿਖੇ ਆਣ ਬਿਰਾਜੇ। ਇੱਥੇ ਦੁਕਾਨਦਾਰੀ ਸੀ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਤਿਕਾਰਯੋਗ ਭੂਆ ਮਾਤਾ ਭਰਾਈ ਜੀ ਇੱਥੇ ਵਿਆਹੇ ਹੋਏ ਸਨ। ਇਸ ਨਗਰ 'ਚ ਆ ਕੇ ਨਿਵਾਸ ਕੀਤਾ। ਸਮਾਂ ਪਾ ਕੇ ਬਾਬਾ ਫੇਰੂ ਮੱਲ ਜੀ ਸੱਚਖੰਡ ਗਮਨ ਕਰ ਗਏ। ਬਾਬਾ ਫੇਰੂ ਮੱਲ ਜੀ ਦੇਵੀ ਭਗਤ ਸਨ। ਤੋ ਆਪਣੀ ਪਿਤਾ ਪੁਰਖੀ ਜਿਹੜੀ ਪਿਰਤ ਸੀ ਉਸੇ ਨੂੰ ਭਾਈ ਲਹਿਣਾ ਜੀ ਨੇ ਧਾਰਨ ਕੀਤਾ। ਖਡੂਰ ਸਾਹਿਬ ਤੋਂ ਕੁਝ ਸ਼ਰਧਾਲੂਆਂ ਨੂੰ ਨਾਲ ਲੈ ਕੇ ਜਵਾਲਾ ਜੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਖਡੂਰ ਸਾਹਿਬ ਵਿਖੇ ਇੱਕ ਗੁਰੂ ਪਾਤਸ਼ਾਹ ਦਾ ਬੜਾ ਪਿਆਰਾ ਸੇਵਕ ਸਿੱਖ ਰਹਿੰਦਾ। ਇਹਦਾ ਨਾਮ ਹੈ ਭਾਈ ਜੋਧ। ਭਾਈ ਜੋਧ ਦੇ ਮੁਖੋਂ ਗੁਰਬਾਣੀ ਦਾ ਸ਼ਬਦ ਸੁਣਿਆ ਤੇ ਮਨ 'ਚ ਪ੍ਰੇਰਨਾ ਹੋਈ। ਪੁੱਛਿਆ ਕਿ ਬਾਣੀ ਕਿਹਨਾਂ ਦੀ ਹੈ। ਭਾਈ ਜੋਧ ਨੇ ਦੱਸਿਆ ਇਹ ਅੰਮ੍ਰਿਤਮਈ ਬਾਣੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੀ ਹੈ ਤੇ ਇਹ ਬਾਣੀ ਆਸਾ ਜੀ ਦੀ ਵਾਰ ਦੇ ਸ਼ਲੋਕ ਨੇ। ਉੱਥੇ ਹੀ ਮਨ 'ਚ ਜਾਗ ਲੱਗੀ ਕਿ ਉਹਨਾਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਨਾਲ ਦੇ ਸ਼ਰਧਾਲੂਆਂ ਨੂੰ ਆਖਿਆ ਕਿ ਮੈਂ ਤੁਹਾਡੇ ਨਾਲ ਜਵਾਲਾ ਜੀ ਨੂੰ ਚੱਲਾਂਗਾ, ਪਰ ਮੇਰੀ ਸ਼ਰਤ ਹੈ ਕਿ ਇਸ ਵੇਰੀ ਰਸਤਾ ਕਰਤਾਰਪੁਰ ਸਾਹਿਬ ਵਾਲਾ ਚੁਣਨਾ ਤੇ ਉਸ ਪਾਸਿਓਂ ਲੰਘ ਕੇ ਜਾਵਾਂਗੇ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ। ਨਾਲ ਦੇ ਸਾਥੀ ਕਹਿਣ ਲੱਗੇ ਜੀ ਠੀਕ ਹੈ। ਗਰੀਬ ਨਵਾਜ ਪਾਤਸ਼ਾਹ ਜੀ ਖਡੂਰ ਸਾਹਿਬ ਤੋਂ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਆਏ। ਅੱਗੇ ਗੁਰੂ ਬਾਬਾ ਜੀ ਨੂੰ ਪਤਾ ਲੱਗਾ ਕਿ ਭਾਈ ਲਹਿਣਾ ਜੀ ਆਉਂਦੇ ਐ। ਮਹਾਰਾਜ ਜੀ ਧਰਮਸ਼ਾਲਾ ਚੋਂ ਆਪਣੇ ਸਥਾਨ ਤੋਂ ਬਾਹਰ ਆ ਕੇ ਨਗਰ ਦੇ ਇੱਕ ਪਾਸੇ ਬੈਠ ਗਏ। ਭਾਈ ਲਹਿਣਾ ਜੀ ਚੰਗੇ ਸ਼ਾਹੂਕਾਰ ਪਰਿਵਾਰ ਵਿੱਚੋਂ ਨੇ, ਘੋੜੀ ਤੇ ਸਵਾਰ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਹੀ ਬੈਠਿਆਂ ਵੇਖ ਕੇ ਪੁੱਛਦੇ ਐ ਜੀ ਇੱਥੇ ਗੁਰੂ ਨਾਨਕ ਸਾਹਿਬ ਦੀ ਧਰਮਸ਼ਾਲਾ ਕਿੱਥੇ ਆ, ਉਹ ਕਿੱਥੇ ਮਿਲਣਗੇ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਿਨਾਂ ਕੁਝ ਬੋਲਿਆਂ ਕਹਿੰਦੇ ਆ ਜਾਓ ਲੈ ਚੱਲਦਾ। ਭਾਈ ਲਹਿਣਾ ਜੀ ਘੋੜੀ ਤੇ ਸਵਾਰ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਅੱਗੇ ਅੱਗੇ ਟੁਰੇ ਜਾਂਦੇ ਐ। ਧਰਮਸ਼ਾਲਾ ਦੇ ਦਰਵਾਜ਼ੇ ਕੋਲ ਆ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੀ ਇੱਥੇ ਮਿਲਣਗੇ ਅੰਦਰ। ਆਪ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਪਿਛਲੇ ਪਾਸਿਓਂ ਜਲ ਪਾਣੀ ਵਰਤ ਕੇ ਧਰਮਸ਼ਾਲਾ ਵਿੱਚ ਆਣ ਬੈਠੇ। ਜਦੋਂ ਭਾਈ ਲਹਿਣੇ ਨੇ ਅੰਦਰ ਜਾ ਕੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਇੱਕਦਮ ਹੈਰਾਨ ਹੋਏ ਕਿ ਇਹ ਤਾਂ ਉਹੀ ਨੇ ਜਿਹੜੇ ਮੇਰੇ ਅੱਗੇ ਪੈਦਲ ਟੁਰ ਕੇ ਆ ਰਹੇ ਸਨ। ਸਤਿਗੁਰਾਂ ਦੇ ਚਰਨ ਪਕੜ ਲਏ, ਨਮਸਕਾਰ ਕੀਤੀ। ਮਹਾਰਾਜ ਖਿਮਾ ਕਰਿਓ, ਮੈਨੂੰ ਆਪ ਜੀ ਬਾਰੇ ਪਤਾ ਨਹੀਂ ਸੀ। ਮੈਂ ਘੋੜੀ ਤੇ ਚੜ੍ਹ ਕੇ ਆਇਆ ਤੇ ਤੁਸੀਂ ਪੈਦਲ ਟੁਰ ਕੇ ਆਏ ਹੋ।
ਤੇ ਗੁਰੂ ਬਾਬਾ ਜੀ ਕਹਿਣ ਲੱਗੇ, ਪੁਰਖਾ ਕੀ ਨਾਂ ਹੈ ਤੇਰਾ? ਕਹਿਣ ਲੱਗੇ, ਜੀ ਲੈਣਾ। ਮਹਾਰਾਜ ਜੀ ਕਹਿੰਦੇ, ਜਿਨ੍ਹਾਂ ਨੇ ਲੈਣਾ ਹੁੰਦਾ ਹੈ ਉਹ ਘੋੜੀਆਂ ਤੇ ਹੀ ਚੜ੍ਹ ਕੇ ਆਉਂਦੇ ਆ, ਦੇਣ ਵਾਲੇ ਪੈਦਲ ਚੱਲ ਕੇ ਆਉਂਦੇ ਆ। ਤੂੰ ਲੈਣਾ ਤੇ ਅਸੀਂ ਦੇਣਾ। ਭਾਈ ਲਹਿਣਾ ਜੀ ਦਾ ਮਨ ਪਹਿਲੀ ਵਾਰ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਗੁਰੂ ਚਰਨਾਂ ਦਾ ਭੋਰਾ ਹੋ ਗਿਆ। ਅਗਲੇ ਦਿਨ ਜਾਣਾ ਸੀ, ਰਾਤ ਇੱਥੇ ਹੀ ਟਿਕਣਾ ਸੀ। ਰਾਤ ਨੂੰ ਕੀ ਵੇਖਿਆ, ਸੂਹੇ ਪੁਸ਼ਾਕ ਵਾਲੀ ਇੱਕ ਦੇਵੀ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪਲੋਸ ਕੇ ਬਾਹਰ ਆਈ ਹੈ। ਪੁੱਛਿਆ, ਤੂੰ ਕੌਣ? ਕਹਿਣ ਲੱਗੀ, ਮੈਂ ਦੇਵੀ ਹਾਂ। ਮੇਰੀ ਪੂਜਾ ਬਹੁਤ ਪ੍ਰਾਣੀ ਕਰਦੇ ਹਨ। ਮੈਂ ਅੱਗੋਂ ਆਪਣੇ ਸੇਵਕਾਂ ਨੂੰ ਜੋ ਦੇਣਾ ਹੁੰਦਾ ਉਹ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ ਲੈ ਕੇ ਜਾਂਦੀ ਹਾਂ। ਭਾਈ ਲਹਿਣਾ ਜੀ ਨੇ ਆਖਿਆ ਕਿ ਜੇ ਤੂੰ ਵੀ ਇੱਥੋਂ ਹੀ ਲੈ ਕੇ ਜਾਨੀ ਹੈ ਤੇ ਫਿਰ ਮੈਨੂੰ ਜਵਾਲਾ ਜੀ ਜਾਣ ਦੀ ਕੀ ਲੋੜ ਹੈ? ਅਗਲਾ ਦਿਨ ਚੜਿਆ, ਨਾਲ ਦੇ ਸਾਥੀ ਕਹਿੰਦੇ, ਚੱਲ ਲਹਿਣਿਆ ਚੱਲੀਏ। ਤੇ ਭਾਈ ਲਹਿਣਾ ਜੀ ਕਹਿੰਦੇ, ਤੁਸੀਂ ਜਾਓ, ਜਿਨ੍ਹਾਂ ਨੇ ਜਾਣਾ, ਮੈਨੂੰ ਜੋ ਚਾਹੀਦਾ ਸੀ ਇੱਥੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚੋਂ ਮਿਲ ਗਿਆ। ਹੁਣ ਉੱਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ। वहां तो जाइए जो इहा ना होए। वो थोड़े जे खिजे भी पर चले गए। एक दिन गुरु चरना च रह के भाई लहणा जी वापस अपने नगर खडूर साहब परत गए। कोई दिनों तो बाद घरों सवा मन लूण लिया ते लूण दी पंड सिर ते धर ली। सेवादार कहन लगे, जी शाह जी तुसी क्यों चुकदे हो लूण दी पंड? असीं सिर ते धर के लै चलदे आ। कहंदे, नहीं, ये दंड है। गुरु नानक साहब नूं अगे तोरण दा दंड है। मैं घोड़ी ते चढ़ के गया, वो पैदल टुर के गए सन। सीस दे उत्ते सवा मन लूण दी पंड धर के भाई लहणा जी खडूर साहब तो करतारपुर साहब पहुंचे। ਦੁਪਹਿਰ ਜੇ ਦਾ ਵੇਲਾ ਸੀ ਤੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਘਰ ਵਿੱਚ ਨੇ ਤੇ ਸਤਿਗੁਰੂ ਜੀ ਬਾਹਰ ਖੇਤਾਂ 'ਚ ਕੰਮ ਕਰਾ ਰਹੇ ਨੇ। ਭਾਈ ਲਹਿਣੇ ਨੇ ਲੂਣ ਦੀ ਪੰਡ ਧਰ ਦਿੱਤੀ। ਪੁੱਛਿਆ, ਮਾਤਾ ਜੀ ਗੁਰਦੇਵ ਕਿੱਥੇ ਨੇ? ਆਖਿਆ, ਬਾਹਰ ਖੇਤ ਵਿੱਚ ਨੇ। ਬੜੀ ਸੋਹਣੀ ਪੁਸ਼ਾਕ ਭਾਈ ਲਹਿਣੇ ਨੇ ਪਾਈ ਹੈ, ਸੀਸ ਤੇ ਬੜਾ ਸੋਹਣਾ ਦਸਤਾਰਾ ਸਜਾਇਆ ਹੋਇਆ, ਸ਼ਾਹੂਕਾਰਾਂ ਵਾਲਾ ਸਵਰੂਪ ਹੈ। ਚੱਲ ਕੇ ਖੇਤ ਵਿੱਚ ਪਹੁੰਚੇ ਨੇ ਤੇ ਅੱਗੇ ਜੀਰੀ ਬੀਜੀ ਹੋਈ ਸੀ। ਖੇਤ ਵਿੱਚ ਧਾਨ ਬੀਜਿਆ ਹੋਇਆ ਤੇ ਜੀਰੀ ਦੇ ਵਿੱਚੋਂ ਕੁਝ ਸੇਵਾਦਾਰ ਘਾਹ ਪੁੱਟ ਰਹੇ ਨੇ ਤੇ ਬਾਹਰ ਸੁੱਟ ਰਹੇ ਸੀ। ਭਾਈ ਲਹਿਣਾ ਜੀ ਜਾ ਕੇ ਕਹਿਣ ਲੱਗੇ, ਮਹਾਰਾਜ ਕੁਝ ਸੇਵਾ ਮੈਂ ਵੀ ਕਰਾਂ। ਮਹਾਰਾਜ ਜੀ ਕਹਿੰਦੇ, ਜੋ ਇਹ ਕਰ ਰਹੇ ਨੇ ਤੂੰ ਵੀ ਕਰ ਲੈ। ਬਿਨਾਂ ਆਪਣੇ ਕੀਮਤੀ ਕੱਪੜਿਆਂ ਦੀ ਪਰਵਾਹ ਕੀਤਿਆਂ ਖੇਤ ਦੇ ਵਿੱਚ ਚਲੇ ਗਏ। ਜਾ ਕੇ ਘਾਹ ਪੁੱਟਣ ਲੱਗ ਪਏ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ, ਪੁਰਖਾ ਇਹ ਕੰਮ ਤੇਰੇ ਵੱਸ ਦਾ ਨਹੀਂ। ਤੂੰ ਏਦਾਂ ਕਰ, ਆ ਜਿਹੜਾ ਘਾਹ ਪੁੱਟਿਆ ਪਿਆ ਇਹਦੀ ਪੰਡ ਬੰਨ੍ਹ ਤੇ ਸਿਰ ਤੇ ਧਰ ਤੇ ਘਰ ਜਾ ਕੇ ਪਸ਼ੂਆਂ ਨੂੰ ਪਾ ਦੇ। ਹੁਣ ਉਹਦੇ 'ਚ ਪਾਣੀ ਨੁੱਚੜਦਾ ਸੀ, ਘਾਹ ਸੀ ਪਾਣੀ ਦੇ ਵਿੱਚੋਂ ਜੀਰੀ ਚੋਂ ਕੱਢਿਆ ਹੋਇਆ, ਚਿੱਕੜ ਨਾਲ ਵੀ ਭਰਿਆ ਹੋਇਆ। ਭਾਈ ਲਹਿਣੇ ਨੇ ਉਹ ਪੰਡ ਸੀਸ ਤੇ ਚੁੱਕ ਲਈ। ਆਹ ਕੀਮਤੀ ਪੁਸ਼ਾਕ ਹੈ ਸਰੀਰ ਤੇ, ਸੀਸ ਤੇ ਬੜਾ ਕੀਮਤੀ ਦਸਤਾਰਾ ਹੈ। ਉਸ ਚਿੱਕੜ ਦੇ ਵਿੱਚੋਂ ਨੁਚੜਦਾ ਪਾਣੀ ਸਾਰੇ ਬਸਤਰਾਂ ਨੂੰ ਮਲਨ ਕਰ ਰਿਹਾ ਹੈ। ਚੱਲ ਕੇ ਘਰ ਆ ਗਏ ਨੇ ਪੰਡ ਚੁੱਕ ਕੇ ਤੇ ਪਿੱਛੇ ਪਿੱਛੇ ਗੁਰੂ ਬਾਬਾ ਜੀ ਵੀ। ਘਾਹ ਝਾੜ ਕੇ ਪਸ਼ੂਆਂ ਨੂੰ ਪਾ ਦਿੱਤਾ। ਜਗਤ ਮਾਤਾ ਸੁਲੱਖਣੀ ਜੀ ਕਹਿੰਦੇ ਆ, ਪਤੀ ਦੇਵ ਜੀ ਕੁਝ ਤਾਂ ਵੇਖਿਆ ਕਰੋ। ਕੋਈ ਸ਼ਾਹੂਕਾਰ ਹੀ ਸੀ ਜਿਹੜਾ ਇਹ ਆਇਆ ਸੀ ਤੇ ਤੁਸੀਂ ਇਹ ਚਿੱਕੜ ਦੀ ਪੰਡ ਇਹਨੂੰ ਚੁਕਾ ਦਿੱਤੀ, ਕਿਸੇ ਹੋਰ ਨੂੰ ਚੁਕਾ ਦਿੰਦੇ।
ਤੇ ਗੁਰੂ ਬਾਬਾ ਜੀ ਕਹਿੰਦੇ ਆ ਸੁਲੱਖਣੀ, ਇਸ ਪੰਡ ਨੂੰ ਚੁੱਕਣ ਦੀ ਸਮਰੱਥਾ ਕੇਵਲ ਇਸੇ ਵਿੱਚ ਸੀ, ਕਿਸੇ ਦੂਜੇ 'ਚ ਨਹੀਂ। ਤੇ ਰਹੀ ਗੱਲ ਇਹ ਚਿੱਕੜ ਦੀ, ਇਹ ਚਿੱਕੜ ਨਹੀਂ, ਇਹ ਕੁੰਕਮ ਹੈ, ਇਹ ਕੇਸਰ ਦਾ ਛਿੜਕਾਵ ਹੈ। ਉਸ ਦਿਨ ਤੋਂ ਭਾਈ ਲਹਿਣਾ ਜੀ ਕਮਰ ਕੱਸਾ ਕਰਕੇ ਸਤਿਗੁਰਾਂ ਦੀ ਸੇਵਾ 'ਚ ਹਾਜ਼ਰ ਰਹਿਣ ਲੱਗੇ। ਦਿਨ ਰਾਤ ਗੁਰੂ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਨੇ। ਸਤਿਗੁਰੂ ਜੀ ਜੋ ਫਰਮਾਉਂਦੇ ਝਟ ਸਤ ਵਚਨ ਕਹਿ ਕੇ ਭਾਈ ਲਹਿਣਾ ਜੀ ਉਹ ਸੇਵਾ ਕਰਦੇ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਲਹਿਣਾ ਜੀ ਤੇ ਬੜੇ ਪ੍ਰਸੰਨ ਨੇ। ਬਹੁਤ ਪਰਖਾਂ ਹੋਈਆਂ ਸਨ। ਗੁਰੂ ਨਾਨਕ ਸਾਹਿਬ ਦਾ ਝੁਕਾਵ ਭਾਈ ਲਹਿਣਾ ਜੀ ਵੱਲ ਵੇਖ ਕੇ ਮਾਤਾ ਜੀ ਦੇ ਮਨ 'ਚ ਵੀ ਖਿਆਲ ਆਉਂਦਾ ਹੈ ਕਿ ਕਿਤੇ ਪਤੀ ਦੇਵ ਜੀ ਗੁਰਤਾ ਗੱਦੀ ਜਾਂ ਆਪਣੀ ਵਡਿਆਈ ਇਹਨਾਂ ਨੂੰ ਨਾ ਦੇ ਦੇਣ। ਇਹ ਖਿਆਲ ਮਾਤਾ ਜੀ ਦੇ ਮਨ 'ਚ ਆਉਂਦਾ। ਇੱਕ ਦਿਨ ਮਾਤਾ ਜੀ ਦੇ ਮਨ ਦੇ ਇਸ ਸੰਦੇਹ ਨੂੰ ਨਿਵਾਰਨੇ ਲਈ ਸਤਿਗੁਰਾਂ ਨੇ ਲੀਲਾ ਵਰਤਾਈ। ਪਾਤਸ਼ਾਹ ਦਾ ਦਰਬਾਰ ਲੱਗਾ ਹੈ ਤੇ ਇੱਕ ਬਿੱਲੀ ਮਹਾਰਾਜ ਜੀ ਦੇ ਦੀਵਾਨ ਤੋਂ ਲੰਘਣ ਲੱਗੀ ਤੇ ਉਹਦੇ ਮੂੰਹ ਦੇ ਵਿੱਚ ਮਰਿਆ ਹੋਇਆ ਚੂਹਾ ਸੀ। ਉਹ ਡਰਦੀ ਹੋਈ ਉੱਥੇ ਸੁੱਟ ਗਈ। ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਆਖਿਆ ਇਹ ਸੇਵਾ ਕਰ ਦਿਓ। ਉਹਨਾਂ ਅੱਗੋਂ ਕੋਈ ਜਵਾਬ ਨਹੀਂ ਦਿੱਤਾ। ਬਾਬਾ ਲਖਮੀ ਦਾਸ ਜੀ ਨੂੰ ਕਿਹਾ, ਕਹਿੰਦੇ ਜੀ ਕਿਸੇ ਸੇਵਾਦਾਰ ਕੋਲੋਂ ਚੁਕਾ ਦਿੰਨੇ। ਭਾਈ ਲਹਿਣੇ ਵੱਲ ਵੇਖਿਆ ਹੀ ਹੈ, ਆਖਿਆ ਨਹੀਂ, ਝਟ ਜਾ ਕੇ ਉਸ ਮੂਸਕ ਨੂੰ ਚੁੱਕਿਆ ਤੇ ਚੱਕ ਕੇ ਬਾਹਰ ਸੁੱਟ ਆਏ। ਮਾਤਾ ਸੁਲੱਖਣੀ ਜੀ ਵੀ ਉੱਥੇ ਹਾਜ਼ਰ ਸਨ। ਸਮਝ ਗਏ ਕਿਉਂ ਪਿਆਰ ਕਰਦੇ ਆ ਇੰਨਾ ਵੱਧ ਭਾਈ ਲਹਿਣੇ ਨਾਲ, ਇਹੀ ਕਾਰਨ ਹੈ, ਆਗਿਆਕਾਰੀ ਨੇ। ਦੂਸਰੀ ਵਾਰ ਫੇਰ ਪਾਤਸ਼ਾਹ ਨੇ ਚੋਜ ਵਰਤਾਇਆ। ਰਾਤ ਦਾ ਸਮਾਂ, ਪੋਹ ਮਾਹ ਦੀਆਂ ਸਰਦ ਰਾਤਾਂ ਨੇ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੂੰ ਆਵਾਜ਼ ਮਾਰੀ, ਬੇਟਾ ਉੱਠੋ, ਇਹ ਸਾਡਾ ਚਾਦਰਾ ਹੈ, ਧੋ ਕੇ ਸੁਕਾ ਲਿਆਓ। ਤੇ ਬਾਬਾ ਜੀ ਕਹਿੰਦੇ ਜੀ ਰਾਤ ਦਾ ਸਮਾਂ, ਇਸ ਵੇਲੇ ਕਿਹੜਾ ਚਾਦਰਾ ਧੋਣ ਦਾ ਵੇਲਾ, ਕਦੋਂ ਧੋਇਆ ਤੇ ਕਦੋਂ ਸੁੱਕਿਆ, ਸਿਆਲੀ ਦਿਹਾੜੀਆਂ ਨੇ। ਬਾਬਾ ਲਖਮੀ ਦਾਸ ਜੀ ਨੂੰ ਆਖਿਆ, ਕਹਿੰਦੇ ਜੀ ਕੱਲ ਦਿਨ ਚੜੇ ਕਰ ਲਵਾਂਗੇ ਸੇਵਾ। ਭਾਈ ਲਹਿਣੇ ਨੂੰ ਆਖਿਆ ਤੇ ਕਹਿਣ ਦਾ ਵੀ ਅੱਧਾ ਬਚਨ ਮੁਖ ਵਿੱਚ ਹੀ ਹੈ ਤੇ ਸਤ ਬਚਨ ਕਹਿ ਕੇ ਉੱਠ ਖਲੋਤੇ। ਚਾਦਰਾ ਚੁੱਕਿਆ, ਜਾ ਕੇ ਚਾਦਰਾ ਧੋਇਆ। ਅੱਧੀ ਰਾਤ ਨੂੰ ਵੀ ਕੜਕਦੀ ਧੁੱਪ ਚੜੀ ਹੈ ਤੇ ਚਾਦਰਾ ਸੁਕਾ ਕੇ ਸਾਹਿਬਾਂ ਕੋਲ ਲੈ ਆਏ ਹੈ। ਇੱਕ ਦਿਨ ਫੇਰ ਪਾਤਸ਼ਾਹ ਨੇ ਚੋਜ ਵਰਤਾਇਆ। ਹੱਥ ਵਿੱਚ ਇੱਕ ਪਾਤਸ਼ਾਹ ਦੇ ਬੜਾ ਸੁੰਦਰ ਲੋਟਾ, ਲੰਗਰ ਦਾ ਪਾਣੀ ਇੱਕ ਟੋਏ ਦੇ ਵਿੱਚ ਇਕੱਠਾ ਹੁੰਦਾ ਸੀ। ਉਹਦੇ 'ਚ ਚਿੱਕੜ ਸੀ, ਸੜਾਣ ਸੀ। ਪਾਤਸ਼ਾਹ ਨੇ ਉਹ ਲੋਟਾ ਉਸ ਟੋਏ ਦੇ ਵਿੱਚ ਸੁੱਟ ਦਿੱਤਾ। ਬਾਬਾ ਜੀ ਨੂੰ ਕਿਹਾ, ਬਾਬਾ ਸ਼੍ਰੀ ਚੰਦ ਜੀ ਨੂੰ, ਕਹਿੰਦੇ ਮਹਾਰਾਜ ਹੁਣ ਇਹ ਲੋਟਾ ਕੱਢਣ ਵਾਸਤੇ ਮੈਂ ਇਹਦੇ 'ਚ ਪ੍ਰਵੇਸ਼ ਕਰੂੰ, ਤੁਹਾਡਾ ਸਾਹਿਬਜ਼ਾਦਾ ਹਾਂ। ਬਾਬਾ ਲਖਮੀ ਦਾਸ ਜੀ ਨੂੰ ਕਿਹਾ, ਕਹਿੰਦੇ ਮੇਰੇ ਕੱਪੜੇ ਮਲੀਨ ਹੋ ਜਾਣਗੇ। ਭਾਈ ਲਹਿਣੇ ਨੂੰ ਕਿਹਾ ਤੇ ਝੱਟ ਛਾਲ ਮਾਰੀ, ਜਾ ਕੇ ਉਹ ਲੋਟਾ ਕੱਢ ਕੇ ਧੋ ਕੇ ਸਤਿਗੁਰਾਂ ਅੱਗੇ ਭੇਟ ਕੀਤਾ। ਇਸ ਤਰ੍ਹਾਂ ਦੇ ਬੇਅੰਤ ਕੌਤਕ ਹੋਏ, ਬੇਅੰਤ ਚੋਜ ਵਰਤੇ। ਹੁਣ ਕੋਈ ਆਖੇ ਕਿ ਭਾਈ ਲਹਿਣਾ ਜੀ ਆਗਿਆਕਾਰੀ ਨੇ, ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਬਾਬਾ ਲਖਮੀ ਦਾਸ ਜੀ ਆਗਿਆਕਾਰੀ ਨਹੀਂ ਹਨ, ਕਿ ਉਹਨਾਂ ਦਾ ਰੁਤਬਾ ਛੋਟਾ ਹੈ। ਇੱਥੇ ਆਣ ਕੇ ਸਾਡੇ ਕਈ ਵੀਰ ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਸਾਹਿਬ ਜੀ ਦੀ ਨਿੰਦਿਆ ਕਰਨ ਲੱਗ ਪੈਂਦੇ। ਉੱਥੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਵੀ ਗੁਰਸਿੱਖ ਨੇ। ਜਦੋਂ ਉਹਨਾਂ ਨੂੰ ਕਿਹਾ, ਵੇਖੋ ਰਾਤ ਕਿੰਨੀ ਬੀਤੀ ਹੈ ਬਾਹਰ, ਤੇ ਗੱਲ ਉਹ ਵੀ ਨਹੀਂ ਸਮਝ ਸਕੇ। ਕਹਿਣ ਲੱਗੇ ਮਹਾਰਾਜ ਅੱਧੀ ਰਾਤ ਬੀਤੀ। ਮਹਾਰਾਜ ਕਹਿੰਦੇ ਨਹੀਂ, ਧਿਆਨ ਨਾਲ ਵੇਖ। ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਧਿਆਨ ਨਾਲ ਹੀ ਵੇਖ ਕੇ ਆਇਆ, ਅੱਧੀ ਰਾਤ ਹੀ ਬੀਤੀ ਹੈ।
ਤੇ ਇਹਦਾ ਮਤਲਬ ਇਹ ਨਹੀਂ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਅਵਸਥਾ ਛੋਟੀ ਹੈ। ਗੁਰੂ ਨਾਨਕ ਦੀ ਰਮਜ ਨੂੰ ਸਮਝਣ ਵਾਲੇ ਕੇਵਲ ਭਾਈ ਲਹਿਣਾ ਜੀ ਸਨ, ਇਸੇ ਕਰਕੇ ਗੁਰੂ ਅੰਗਦ ਹੋ ਗਏ ਸਨ। ਗੁਰੂ ਨਾਨਕ ਸਾਹਿਬ ਦੀ ਉਸ ਗੁੱਝੀ ਰਮਜ ਨੂੰ ਕਿਸੇ ਹੋਰ ਨੇ ਨਹੀਂ ਸਮਝਿਆ, ਇਸ ਕਰਕੇ ਸਿੱਖ ਸਿੱਖ ਹੀ ਰਹੇ। ਪਰ ਜਿਹੜੇ ਸਿੱਖ ਨੇ ਗੁਰੂ ਨਾਨਕ ਦੀ ਰਮਜ ਨੂੰ ਸਮਝ ਲਿਆ, ਉਹ ਸਿੱਖ ਗੁਰੂ ਨਾਨਕ ਦਾ ਰੂਪ ਹੋ ਕੇ ਗੁਰੂ ਅੰਗਦ ਹੋ ਗਏ। ਇਹ ਸਮਝ ਲੈਣਾ ਚਾਹੀਦਾ। ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਸਾਹਿਬ ਜੀ ਦੀ ਅਵਸਥਾ ਛੋਟੀ ਨਹੀਂ, ਉਹ ਗੁਰੂ ਬਾਬਾ ਜੀ ਦੇ ਸਾਹਿਬਜ਼ਾਦੇ ਹਨ, ਤਪਸਵੀ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਮਹਾਨ ਤਤਵਵੇਤਾ ਸਨ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਸਾਹਿਬ, ਪਰ ਇਹ ਤਾਂ ਗੁਰੂ ਸਾਹਿਬ ਦੀ ਕਲਾ ਸੀ। ਗੁਰਕਸਵੱਟੀ ਦੇ ਉੱਤੇ ਕੇਵਲ ਭਾਈ ਲਹਿਣੇ ਨੇ ਖਰਾ ਉਤਰਨਾ ਸੀ। ਇਸ ਤਰ੍ਹਾਂ ਦੇ ਬੇਅੰਤ ਚੋਜ ਹੋਏ, ਬਹੁਤ ਸਾਰੀਆਂ ਪਰਖਾਂ ਹੋਈਆਂ। ਇੱਕ ਵਾਰ ਮੀਂਹ ਬਹੁਤ ਪਵੇ, ਕਈ ਦਿਨ ਬੀਤ ਗਏ, ਬਾਲਣ ਨਹੀਂ ਸੀ ਆਇਆ ਤੇ ਲੰਗਰ ਨਹੀਂ ਪੱਕਿਆ। ਸੰਗਤ ਵਿਆਕੁਲ ਸੀ ਕਿ ਮੀਂਹ ਨਹੀਂ ਪਿਆ, ਮੀਂਹ ਪੈ ਰਿਹਾ ਤੇ ਭੋਜਨ ਨਹੀਂ ਮਿਲ ਰਿਹਾ। ਗੁਰੂ ਪਾਤਸ਼ਾਹ ਨੇ ਲਾਗੇ ਕਿੱਕਰ ਦਾ ਇੱਕ ਦਰਖਤ ਸੀ, ਵੇਖ ਕੇ ਬਚਨ ਫਰਮਾਇਆ, ਸ਼੍ਰੀ ਚੰਦ ਜੀ ਉਠੋ, ਕਿੱਕਰ ਤੇ ਚੜ ਕੇ ਇਹਦੀਆਂ ਟਾਹਣੀਆਂ ਨੂੰ ਝਾੜੋ, ਇਹਦੇ ਚੋਂ ਪਕਵਾਨ ਤੇ ਮਠਿਆਈਆਂ ਝੜਨਗੀਆਂ ਤੇ ਸੰਗਤ ਛਕ ਲਏਗੀ। ਤੇ ਬਾਬਾ ਜੀ ਕਹਿੰਦੇ, ਮਹਾਰਾਜ ਕਦੇ ਦਰਖਤਾਂ ਦੇ ਵਿੱਚੋਂ ਵੀ ਪਕਵਾਨ ਝੜੇ? ਬਾਬਾ ਲਖਮੀ ਦਾਸ ਜੀ ਨੇ ਵੀ ਇਹੋ ਜਵਾਬ ਦਿੱਤਾ। ਭਾਈ ਲਹਿਣੇ ਨੂੰ ਆਖਿਆ, ਪੁਰਖਾ ਤੈਂ ਕਰ ਸੇਵਾ। ਭਾਈ ਲਹਿਣੇ ਨੇ ਕਮਰ ਕਸਾ ਕੀਤਾ, ਉਸੇ ਕਿੱਕਰ ਦੇ ਦਰਖਤ ਤੇ ਚੜ ਕੇ 7 ਬਚਨ ਕਹਿ ਕੇ ਦਰਖਤ ਦੇ ਟਹਿਣਿਆਂ ਨੂੰ ਝਾੜਿਆ ਤੇ ਕਹਿੰਦੇ ਮਠਿਆਈਆਂ ਡਿੱਗਦੀਆਂ ਨੇ ਤੇ ਸੰਗਤ ਛਕਦੀ ਹੈ। ਕਿੰਤੂ ਕਰਨ ਵਾਲੇ ਕਰਦੇ ਨੇ ਕਿੰਤੂ, ਇਹ ਕਿਵੇਂ ਹੋ ਸਕਦਾ ਹੈ? ਪਰ ਗੁਰੂ ਬਾਬਾ ਸਮਰੱਥ ਹੈ, ਚਾਹੇ ਤੇ ਕਰ ਸਕਦਾ ਹੈ। ਇਹ ਭਰੋਸਾ ਸੀ ਭਾਈ ਲਹਿਣੇ ਨੂੰ, ਇਹ ਨਿਸ਼ਚਾ ਸੀ ਭਾਈ ਲਹਿਣੇ ਨੂੰ ਕਿ ਮੇਰਾ ਸਤਿਗੁਰੂ ਚਾਹਵੇ ਤੇ ਇਹ ਵੀ ਸਭ ਕੁਝ ਹੋ ਸਕਦਾ ਹੈ, ਮੇਰੇ ਸਤਿਗੁਰੂ ਨੂੰ ਭਾਵੇ ਤੇ ਹੋ ਸਕਦਾ ਹੈ। ਗੁਰੂ ਤੇ ਅਟੁੱਟ ਨਿਸ਼ਚਾ ਤੇ ਭਰੋਸਾ ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਹੈ। ਸਮਾਂ ਬੀਤਦਾ ਗਿਆ, ਸੇਵਾ ਕਰਦਿਆਂ ਕਰਦਿਆਂ ਭਾਈ ਲਹਿਣਾ ਜੀ ਗੁਰੂ ਬਾਬੇ ਦੇ ਸਰੂਪ ਵਿੱਚ ਇੱਕ ਬੇਕੀ ਹੋ ਚੁੱਕੇ ਨੇ। ਹੁਣ ਕੇਵਲ ਸਰੀਰਾਂ ਦੇ ਪਰਦਿਆਂ ਕਰਕੇ ਦੋ ਦਿਸਦੇ ਐ। ਆਖੀਰੀ ਪ੍ਰੀਖਿਆ ਲਈ ਗਈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸ਼ਿਕਾਰੀ ਦਾ ਰੂਪ ਬਣਾਇਆ, ਲੱਕ ਨਾਲ ਰੱਸਾ ਬੱਧ ਲਿਆ, ਸ਼ਿਕਾਰ ਕਰਨ ਵਾਸਤੇ ਚੱਲੇ। ਬਹੁਤ ਸਾਰੇ ਭਰਮ ਗਏ, ਇਹ ਕੀ ਕਰਦੇ ਨੇ? ਕੁਝ ਨਾਲ ਚੱਲੇ। ਪਾਤਸ਼ਾਹ ਆਖਿਆ, ਸਾਡੇ ਪਿੱਛੇ ਕੀ ਕਰਦੇ ਹੋ? ਜੰਗਲ ਚ ਆਉਂਦੇ ਹੋ, ਆਹ ਲੋ ਮਾਇਆ ਪਈ, ਇੱਥੋਂ ਲੈ ਜਾਓ। ਕਈਆਂ ਨੇ ਉੱਥੋਂ ਮਾਇਆ ਚੁੱਕੀ ਟੁਰਦੇ ਬਣੇ। ਕੁਝ ਨਿਸ਼ਚਾ ਕਰਕੇ ਹੋਰ ਨਾਲ ਚੱਲੇ, ਉਹਨਾਂ ਨੂੰ ਚਾਂਦੀ ਵਿਖਾਈ, ਉਹ ਚਾਂਦੀ ਲੈ ਕੇ ਚੱਲੇ। ਕੁਝ ਕਾਂ ਦਾ ਨਿਸ਼ਚਾ ਥੋੜਾ ਜਿਹਾ ਹੋਰ ਪੱਕਾ, ਸੋਨੇ ਦੀਆਂ ਸ਼ਰਫੀਆਂ ਲੈ ਕੇ ਚਲੇ ਗਏ। ਅਖੀਰ ਨੂੰ ਕੇਵਲ 4 ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਰਹਿ ਗਏ। 3 ਸਿੱਖ ਰਹਿ ਗਏ। ਇੱਕ ਬਾਬਾ ਬੁੱਢਾ ਸਾਹਿਬ, ਦੂਸਰੇ ਭਾਈ ਭਗੀਰਥ ਜੀ ਤੇ ਤੀਸਰੇ ਸਨ ਭਾਈ ਲਹਿਣਾ ਜੀ। ਤਿੰਨਾਂ ਨੂੰ ਆਖਿਆ, ਤੁਸੀਂ ਨਹੀਂ ਜਾਂਦੇ? ਮਹਾਰਾਜ ਅਸੀਂ ਤੁਹਾਡੇ ਸਿੱਖ ਹਾਂ। ਤੇ ਪਾਤਸ਼ਾਹ ਕਹਿੰਦੇ, ਸਿੱਖ ਦਾ ਕੰਮ ਕੀ ਹੁੰਦਾ? ਗੁਰੂ ਦਾ ਹੁਕਮ ਮੰਨਣਾ। ਕਹਿੰਦੇ ਜੀ ਹਾਂ। ਮਹਾਰਾਜ ਜੀ ਕਹਿੰਦੇ ਆ, ਫਿਰ ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਆ ਪਿਆ ਮੁਰਦਾ, ਇਹ ਖਾਓ। ਕਹਿਣ ਲੱਗੇ, ਮਹਾਰਾਜ ਮੁਰਦਾ ਕਿਵੇਂ ਖਾਈਏ? ਇਨਸਾਨ ਦਾ ਮੁਰਦਾ ਹੈ, ਇਹ ਤਾਂ ਬੜਾ ਔਖਾ ਕੰਮ। ਮਹਾਰਾਜ ਜੀ ਕਹਿੰਦੇ, ਨਾਲੇ ਕਹਿੰਦੇ ਉਹ ਸਿੱਖ ਹੋ ਤੇ ਫਿਰ ਸਿੱਖ ਦਾ ਕਰਤੱਵ ਤਾਂ ਗੁਰੂ ਦਾ ਹੁਕਮ ਮੰਨਣਾ ਹੈ। ਖਾਓ ਇਹਨੂੰ, ਪੱਖੋ ਇਹਨੂੰ। ਕਹਿੰਦੇ ਨਹੀਂ ਖਾ ਸਕਦੇ। ਮਹਾਰਾਜ ਜੀ ਕਹਿੰਦੇ, ਫਿਰ ਜਾਓ। ਕਹਿੰਦੇ ਜਾ ਵੀ ਨਹੀਂ ਸਕਦੇ।
ਪਾਤਸ਼ਾਹ ਦੇ ਹੱਥ ਵਿੱਚ ਸੋਟਾ ਸੀ। ਮਹਾਰਾਜ ਜੀ ਬੀਰਸ ਵਿੱਚ ਆਏ। ਬਾਬਾ ਬੁੱਢਾ ਸਾਹਿਬ ਤੇ ਭਾਈ ਭਗੀਰਥ ਜੀ ਅੱਗੇ ਅੱਗੇ ਦੌੜ ਪਏ। ਫਿਰ ਵੀ ਗਏ ਨਹੀਂ। ਦਰਖਤਾਂ ਦੇ ਓਹਲੇ ਜੇ ਹੋ ਕੇ ਲੁਕ ਗਏ ਤੇ ਵੇਖਣ ਲੱਗ ਪਏ ਵੀ ਕੀ ਕਰਦੇ ਨੇ। ਭਾਈ ਲਹਿਣਾ ਜੀ ਨਹੀਂ ਗਏ, ਗਲ 'ਚ ਪੱਲੂ ਪਾਇਆ ਤੇ ਹੱਥ ਜੁੜੇ ਨੇ, ਉੱਥੇ ਹੀ ਖਲੋਤੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਆ, ਲਹਿਣਿਆ ਤੈਂ ਨਹੀਂ ਗਿਆ। ਮਹਾਰਾਜ ਮੈਂ ਕਿੱਥੇ ਜਾਵਾਂ, ਮੇਰਾ ਕੌਣ ਹੈ ਤੁਹਾਡੇ ਬਿਨਾ, ਮੇਰਾ ਕਿਹੜਾ ਆਸਰਾ ਹੈ ਤੁਹਾਡੇ ਬਿਨਾ। ਸਭ ਚਲੇ ਗਏ ਨੇ। ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਸਭ ਚਲੇ ਗਏ ਨੇ, ਤੂੰ ਕਿਉਂ ਨਹੀਂ ਜਾਂਦਾ। ਮਹਾਰਾਜ ਜਿਨ੍ਹਾਂ ਜਿਨ੍ਹਾਂ ਕੋਲ ਜੋ ਜੋ ਆਸਰਾ ਸੀ ਉਸ ਆਸਰੇ ਨੂੰ ਗ੍ਰਹਿਣ ਕਰਕੇ ਚਲੇ ਗਏ, ਪਰ ਮੇਰਾ ਤਾਂ ਤੁਹਾਡੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂ, ਤੇ ਮੈਂ ਕਿੱਥੇ ਜਾਵਾਂ। ਬਚਨ ਉਚਾਰਿਆ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਸ ਹੀ ਕੋਈ ਕੋਏ। ਕਿਸੇ ਦਾ ਕੋਈ, ਗੁਰੂ ਅੰਗਦ ਸਾਹਿਬ ਕਹਿੰਦੇ ਹੈ ਗੁਰੂ ਨਾਨਕ ਸਾਹਿਬ ਕਿਸੇ ਦਾ ਕੋਈ ਆਸਰਾ, ਪਰ ਮੈਂ ਨਿਮਾਣੀ ਦੇ ਆਸਰੇ ਗੁਰੂ ਪਾਤਸ਼ਾਹ ਜੀ ਤੁਸੀਂ ਹੋ। ਆਖਿਆ ਫਿਰ ਪੁਰਖਾ ਜੋ ਕਿਹਾ ਫਿਰ ਕਰੋ, ਆ ਮੁਰਦਾ ਖਾਓ। ਸਤ ਬਚਨ ਮਹਾਰਾਜ ਕੋਲ ਜਾ ਕੇ ਬੈਠ ਗਏ ਤੇ ਕਹਿੰਦੇ, ਲਹਿਣਿਆ ਖਾਂਦਾ ਨਹੀਂ, ਕੀ ਉਡੀਕਦਾ। ਮਹਾਰਾਜ ਤੁਹਾਡਾ ਹੁਕਮ ਉਡੀਕਦਾ ਵੀ ਕਿਸ ਪਾਸਿਓਂ ਸ਼ੁਰੂ ਕਰਾਂ। ਚਾਦਰਾ ਚੁੱਕ ਸਿਰ ਤੋਂ ਪੈਰਾਂ ਤਾਈਂ ਸਾਰਾ ਖਾ ਲੈ। ਚਾਦਰਾ ਚੁੱਕਦੇ ਆ ਤੇ ਉੱਥੇ ਮੁਰਦਾ ਨਹੀਂ ਹੈ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਹੈ। ਤੇ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਕੇ ਨਮਸਕਾਰ ਕਰਦੇ ਨੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਦੇ ਮੋਢਿਆਂ ਤੋਂ ਪਕੜ ਕੇ ਚੁੱਕਦੇ ਐ, ਤੇ ਚੁੱਕ ਕੇ ਘੁੱਟ ਕੇ ਆਪਣੀ ਗਲ ਵਕੜੀ ਵਿੱਚ ਲੈ ਕੇ ਕਹਿੰਦੇ ਐ, ਅੱਜ ਤੋਂ ਬਾਅਦ ਤੂੰ ਲਹਿਣਾ ਨਹੀਂ, ਤੂੰ ਗੁਰੂ ਅੰਗਦ ਹੋ ਗਿਆ ਸਾਡੇ ਅੰਗਾਂ ਨਾਲ ਲੱਗ ਕੇ। ਸਤਿ ਸ੍ਰੀ ਅਕਾਲ। ਅੱਜ ਤੋਂ ਬਾਅਦ ਤੁਸੀਂ ਗੁਰੂ ਅੰਗਦ ਹੋ ਗਏ ਹੋ, ਸਾਡੇ ਅੰਗਾਂ ਨਾਲ ਲੱਗ ਕੇ ਸਾਡਾ ਰੂਪ ਹੋ ਗਏ ਹੋ। ਬੜੇ ਪਿਆਰ ਨਾਲ ਲੈ ਕੇ ਆਏ, ਗੁਰਗੱਦੀ ਦੇ ਰੱਥ ਤੇ ਬਿਠਾਇਆ, 5 ਪੈਸੇ ਨਾਰੀਅਲ ਮੰਗਾਇਆ, ਨਮਸਕਾਰ ਕਰਨ ਲੱਗੇ ਨੇ। 3 ਪਰਿਕਰਮਾ ਕਰਦੇ, ਜਦੋਂ ਮੱਥਾ ਟੇਕਦੇ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਤੇ ਵੇਖ ਕੇ ਲੋਕ ਦੰਗ ਰਹਿ ਰਹੇ ਨੇ। ਅੱਜ ਤਾਈਂ ਇਹ ਵੇਖਿਆ ਸੀ ਕਿ ਸਿੱਖ ਗੁਰੂ ਨੂੰ ਮੱਥਾ ਟੇਕਦੇ ਨੇ, ਪਰ ਅੱਜ ਇਹ ਪਹਿਲੀ ਵਾਰ ਵੇਖ ਰਿਹਾ ਵੀ ਗੁਰੂ ਆਪਣੇ ਸਿੱਖ ਨੂੰ ਮੱਥਾ ਟੇਕ ਰਿਹਾ। ਇਹ ਤਾਂ ਉਲਟੀ ਗੰਗਾ ਵਹਿ ਰਹੀ ਹੈ। ਭਾਈ ਸੱਤੇ ਤੇ ਬਲਵੰਡ ਨੇ ਇਹ ਜਦੋਂ ਵੇਖਿਆ ਤੇ ਉਹਨਾਂ ਆਖਿਆ, ਲੋਕ ਕਹਿੰਦੇ ਆ ਉਲਟੀ ਗੰਗ ਬਹਾਇਓ ਨਾ ਦੁਨਿਆਈ ਆਖੈ ਕਿ ਕਿਉਨ। ਕਹਾ ਕਹਿੰਦੇ ਉਲਟੀ ਗੰਗਾ ਵਹਾ ਦਿੱਤੀ ਗੁਰੂ ਨਾਨਕ ਸਾਹਿਬ ਨੇ। ਪਹਾੜਾਂ ਤੋਂ ਗੰਗਾ ਥੱਲੇ ਆਉਂਦੀ, ਮਹਾਰਾਜ ਜੀ ਨੇ ਮੈਦਾਨਾਂ ਵਿੱਚੋਂ ਪਹਾੜਾਂ ਨੂੰ ਚਾੜ ਦਿੱਤੀ ਗੰਗਾ। ਗੁਰੂ ਸਿੱਖ ਨੂੰ ਨਮਸਕਾਰ ਕਰ ਰਹੇ ਨੇ। ਬਾਬਾ ਬੁੱਢਾ ਸਾਹਿਬ ਜੀ ਪਾਸੋਂ ਗੁਰਿਆਈ ਦਾ ਤਿਲਕ ਦਵਾਇਆ ਤੇ ਸੰਗਤ ਨੂੰ ਕਿਹਾ, ਸੰਗਤ ਜੀ ਅੱਜ ਤੋਂ ਬਾਅਦ ਮੇਰਾ ਸਵਰੂਪ ਗੁਰੂ ਅੰਗਦ ਦੇਵ ਸਾਹਿਬ ਨੂੰ ਜਾਣਨਾ। ਮੇਰੇ ਵਿੱਚ ਔਰ ਇਹਨਾਂ 'ਚ ਭੇਦ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਜਦੋਂ ਸੱਚਖੰਡ ਜਾਣ ਲੱਗੇ ਤੇ ਗੁਰੂ ਅੰਗਦ ਸਾਹਿਬ ਨੂੰ ਕਿਹਾ ਕਿ ਪੁਰਖਾ ਤੈਂ ਹੁਣ ਖਡੂਰ ਸਾਹਿਬ ਚਲੇ ਜਾਣਾ, ਸਾਡੇ ਸੱਚਖੰਡ ਜਾਣ ਤੋਂ ਬਾਅਦ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ ਆਏ। ਮਨ ਇਤਨਾ ਵੈਰਾਗੀ ਹੈ, ਕਿਸੇ ਨਾਲ ਗੱਲ ਕਰਨ ਨੂੰ ਚਿੱਤ ਨਹੀਂ ਕੀਤਾ, ਘਰ ਨਹੀਂ ਗਏ। ਮਾਤਾ ਭਰਾਈ ਦੇ ਪਾਸ ਘਰ ਕੋਲ ਇੱਕ ਕੋਠਾ ਸੀ, ਉਹਨੂੰ ਆਖਿਆ ਕਿਸੇ ਨੂੰ ਦੱਸੀ ਨਾ ਮੈਂ ਇੱਥੇ ਹਾਂ। ਦਰਵਾਜ਼ਾ ਖੋਲਿਆ ਤੇ ਆਖਿਆ ਇਹਨੂੰ ਬਾਹਰੋਂ ਬੰਦ ਕਰ ਦੇ। ਆਪ ਅੰਦਰ ਅਡੋਲ ਹੋ ਕੇ ਬੈਠ ਗਏ।
दिन बीते संगत बेबल ते व्याकुल है कि गुरु अंगद साहब दे दर्शन नहीं पे हुंदे। कित्थे चले गए, लभदे ने लभ नहीं रहे। अखीर बाबा बुढ़ा साहब जी कोल संगत गई। आख्या बाबा बुढ़ा साहिब तुहानू गुरु बाबे दा वर है कि बुढ़िया तेरियां अखां तो ओले ना होसां। इस वेले गुरु अंगद साहब कित्थे ने तुसीं दसो। बाबा जी कहंदे चलो। उत्थे ही आ पहुंचे कोठे दे दरवाजे कोल। माता भराई नूं पुछिया, माता भराई ने कोई जवाब नहीं दिता, पर समझ गए भी सतगुरु इत्थे ही ने। दरवाजा खोलिया, बाबा जी अंदर गए ते सतगुरां दी समाधि लगी हुई। चरण पकड़ के नमस्कार कीती। पिछले कई दिनों तो बैठे सी, बिना कुछ खाद्या बिना कुछ पीत्या अडोल बैठे सन गुरु अंगद साहिब। चेहरा पीला है, जिवें कोई तपस्या दा तेज अग्नि तेज वो चेहरे ते नजर आ रही होवे। आख्या महाराज संगत बेबल है, दर्शन दिओ। ते गुरु अंगद देव साहब कहंदे बाबा जी गुरु नानक साहब तो बिना रहन नूं चित नहीं। आख्या महाराज संगत नूं तुहाडे चरनी लाया है गुरु नानक साहब ने, संगत दा आसरा तुसीं हो। दर्शन दिते ने आके बाहर गद्दी ते बैठदियां ही गुरु अंगद देव साहब ने अपने मुखार बिंद चों सलोक उचारिया। गुरु नानक साहब प्रति अपनी प्रीत नूं प्रगट करदे आखिया, जिस प्यारे स्यों ने हो तिस आगे मर चलीए, त्रिग जीवन संसार ताकै पछै जीवना। ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਣਾ ਚਾਹੀਦਾ। ਤਰਕਾਰ ਹੈ ਉਹਦੇ ਤੋਂ ਪਿੱਛੋਂ ਜੀਵਣਾ। ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਪਹਿਲਾਂ ਮਰ ਜਾਈਏ, ਉਹਦੇ ਤੋਂ ਪਿੱਛੋਂ ਜੀਵਣਾ ਤਾਂ ਫਿਰ ਤਰਕਾਰ ਹੈ। ਜਿਸ ਪਿਆਰੇ ਸਿਆਣੇ ਹੋ, जिस प्यारे स्योने हो, जिस प्यारे स्योने हो, जिस प्यारे स्योने हो, तिस आगे मर चलिए, तिस आगे मर चलिए, तिस आगे मर चलिए, तिस आगे मर चलिए। त्रिग जीवन संसार, त्रिग जीवन संसार, त्रिग जीवन संसार, त्रिग जीवन संसार। ताकै पाछै जीवना, ताकै पाछै जीवना, ताकै पाछै जीवना, ताकै पाछै जीवना। ਇਹ ਪ੍ਰੇਮ ਸੀ ਗੁਰੂ ਨਾਨਕ ਸਾਹਿਬ ਪ੍ਰਤੀ ਗੁਰੂ ਅੰਗਦ ਸਾਹਿਬ ਦੇ ਹਿਰਦੇ 'ਚ। ਖਡੂਰ ਸਾਹਿਬ ਗੁਰਗੱਦੀ ਤੇ ਰੱਥ ਤੇ ਸਵਾਰ ਹੋਏ। 12 ਸਾਲ 7 ਮਹੀਨੇ ਤੋਂ ਵੱਧ ਸਮਾਂ ਗੁਰੂ ਅੰਗਦ ਦੇਵ ਸਾਹਿਬ ਜੀ ਗੁਰਗੱਦੀ ਤੇ ਰਹੇ। ਬੇਅੰਤ ਚੋਜ ਖਡੂਰ ਸਾਹਿਬ ਦੀ ਧਰਤੀ ਤੇ ਕੀਤੇ। ਸਤਿਗੁਰਾਂ ਦੇ ਜੀਵਨ ਦੀ ਇੱਕ ਬੜੇ ਪਿਆਰੀ ਸਾਖੀ ਆਉਂਦੀ ਹੈ ਕਿ ਪਾਤਸ਼ਾਹ ਦੇ ਘਰ ਦੇ ਨਾਲ ਇੱਕ ਚੌਧਰੀ ਰਹਿੰਦਾ ਹੈ। ਉਹਨੂੰ ਪੈਂਦੀ ਹੈ ਮਿਰਗੀ। ਅਕਸਰ ਘਰ ਦਾ ਜੋਗੀ ਜੋਗੜਾ ਹੁੰਦਾ, ਕੋਲ ਰਹਿਣ ਵਾਲੇ ਕਈ ਵਾਰੀ ਬਹੁਤ ਦੂਰ ਰਹਿੰਦੇ ਤੇ ਦੂਰ ਰਹਿਣ ਵਾਲੇ ਕਈ ਵਾਰੀ ਬਹੁਤ ਨੇੜੇ ਹੁੰਦੇ ਆ। ਕਮਲ ਦਾ ਫੁੱਲ ਚਿੱਕੜ 'ਚ ਖਿੜਦਾ ਹੈ
ਉਹਦਾ ਰਸ ਲੈਣ ਲਈ ਭੌਰੇ ਕੋਹਾਂ ਤੋਂ ਆ ਜਾਂਦੇ ਨੇ ਤੇ ਡੱਡੂ ਉਹਦੀ ਜੜ 'ਚ ਬੈਠਾ ਉਹਦਾ ਰਸ ਨਹੀਂ ਮਾਣ ਸਕਦਾ। ਕੋਲ ਰਹਿੰਦਾ ਸੀ ਗੁਆਂਢ 'ਚ ਚੌਧਰੀ, ਗੁਰੂ ਸਾਹਿਬ ਦੀ ਸਾਰ ਤੋਂ ਵਿਹੂਣਾ। ਪਰ ਇੱਕ ਦਿਨ ਆਇਆ ਵੀ ਅਨੇਕਾਂ ਲੋਕ ਇਹਦੇ ਕੋਲ ਆਉਂਦੇ ਆ, ਸੁਣਿਆ ਰੋਗੀਆਂ ਤੇ ਵੇਖਦੇ ਆ ਤੇ ਠੀਕ ਹੋ ਜਾਂਦੇ ਆ, ਮੈਂ ਵੀ ਕਰ ਹੀ ਲਵਾਂ ਗੱਲ। ਗੁਆਂਢ ਵਿੱਚ ਨੇ ਆਖਿਆ, ਗੁਆਂਢੀਆਂ ਤੁਹਾਡੇ ਜੀ ਗੁਰੂ ਜੀ, ਤੇ ਗੁਆਂਢੀ ਤਾਂ ਬੜੇ ਨੇੜੇ ਦੇ ਰਿਸ਼ਤੇਦਾਰ ਹੁੰਦੇ ਆ, ਗੁਆਂਢੀ ਤਾਂ ਬੜੇ ਵੱਡੇ ਦੁੱਖ ਦਾ ਦਾਰੂ ਹੁੰਦੇ ਆ, ਸਰਬੰਧੀ ਤਾਂ ਕਿਤੇ ਆਉਂਦੇ ਆ, ਗੁਆਂਢੀ ਤਾਂ ਕੋਲ ਆਵਾਜ਼ ਮਾਰਿਆ ਹਾਜ਼ਰ ਹੋ ਜਾਂਦੇ ਆ। ਮੈਨੂੰ ਪੈਂਦੀ ਆ ਮਿਰਗੀ ਤੇ ਰੋਗ ਨਹੀਂ ਮੇਰਾ ਠੀਕ ਕਰਦੇ। ਮਹਾਰਾਜ ਜੀ ਕਹਿੰਦੇ ਆ ਕਰ ਦਿੰਨੇ ਆ ਚੌਧਰੀ ਸਾਹਿਬ, ਬਸ ਗੱਲ ਇੰਨੀ ਹੈ ਸ਼ਰਾਬ ਪੀਣੀ ਛੱਡ ਦਿਓ, ਮਿਰਗੀ ਨਹੀਂ ਪਵੇਗੀ। ਕਹਿੰਦਾ ਜੀ ਛੱਡ ਦਿੰਨਾ। ਮਹਾਰਾਜ ਜੀ ਕਹਿੰਦੇ ਯਾਦ ਰੱਖੀ, ਜੇ ਸ਼ਰਾਬ ਦੁਬਾਰਾ ਪੀਣੀ ਸ਼ੁਰੂ ਕੀਤੀ ਨਾ ਤੇ ਝੱਟ ਮਿਰਗੀ ਪੈ ਜਾਣੀ, ਫਿਰ ਇਹੋ ਜੀ ਪੈਣੀ ਹੈ ਮੁੜ ਕੇ ਨਹੀਂ ਆਵੇਗੀ ਮਿਰਗੀ, ਨਾਲ ਹੀ ਹੁਕਮ ਸੱਤ ਹੋ ਜਾਏਗਾ। ਕਹਿਣ ਲੱਗਾ ਜੀ ਠੀਕ ਹੈ, ਚਲਾ ਗਿਆ, ਸ਼ਰਾਬ ਛੱਡ ਦਿੱਤੀ, ਮਿਰਗੀ ਪੈਣੋਂ ਵੀ ਹਟ ਗਈ। 5-4 ਮਹੀਨੇ ਲੰਘ ਗਏ, ਮਿਰਗੀ ਨਹੀਂ ਪਈ, ਬੜਾ ਖੁਸ਼। ਸਾਵਣ ਦਾ ਮਹੀਨਾ ਸੀ, ਆਕਾਸ਼ ਵਿੱਚ ਕਾਲੇ ਜੇ ਰੰਗ ਦੀਆਂ ਬੱਦਲ ਦੀਆਂ ਘਟਾਵਾਂ ਜੀਆਂ ਆਈਆਂ, ਬੱਦਲ ਜਿਹਾ ਪੈ ਕੇ ਹਟਿਆ, ਸ਼ਾਮ ਜੇ ਦਾ ਵੇਲਾ, ਮੌਸਮ ਠੰਡਾ ਜਿਹਾ ਹੋਇਆ ਤੇ ਚੌਧਰੀ ਆਪਣੇ ਨੌਕਰ ਨੂੰ ਆਵਾਜ਼ ਮਾਰ ਕੇ ਕਹਿੰਦਾ ਵੀ ਲਿਆ, ਅੱਜ ਨਹੀਂ ਰਿਹਾ ਜਾਂਦਾ, ਮੌਸਮ ਬੜਾ ਖੁਸ਼ਗਵਾਰ ਹੈ। ਨੌਕਰ ਸ਼ਰਾਬ ਲੈ ਆਇਆ, ਕਿਉਂਕਿ ਸ਼ਰਾਬ ਪੀਣ ਵਾਲੇ ਸ਼ਰਾਬੀ ਨੇ ਬਹਾਨਾ ਲੱਭਣਾ ਹੁੰਦਾ। ਖੁਸ਼ੀ ਹੋਵੇ ਤਾਂ ਅੱਜ ਖੁਸ਼ੀ ਨਾਲ ਪੀਣਾ, ਗਮੀ ਹੋਵੇ ਤਾਂ ਮੈਂ ਗਮੀ ਨਾਲ ਪੀਣਾ, ਕੋਈ ਨਾ ਕੋਈ ਬਹਾਨਾ। ਕਹਿੰਦਾ ਅੱਜ ਮੌਸਮ ਬੜਾ ਵਧੀਆ, ਅੱਜ ਨਹੀਂ ਰਿਹਾ ਜਾਣਾ ਪੀਤੇ ਬਿਨਾ। ਪੀ ਲਈ ਸ਼ਰਾਬ। ਜਦੋਂ ਮਤਵਾਲਾ ਜਿਹਾ ਹੋਇਆ ਸ਼ਰਾਬ ਦੇ ਵਿੱਚ, ਤੇ ਕੋਠੇ ਦੀ ਛੱਤ ਤੋਂ ਹੀ ਸਤਿਗੁਰਾਂ ਦਾ ਘਰ ਨਾਲ ਹੀ ਸੀ ਬਿਲਕੁਲ, ਆਵਾਜ਼ ਮਾਰ ਕੇ ਕਹਿੰਦਾ ਗੁਰੂ ਜੀ ਅੱਜ ਨਹੀਂ ਰਿਹਾ ਗਿਆ, ਅੱਜ ਮੈਂ ਪੀ ਲਈ ਆ ਤੇ ਵੇਖੋ ਮਿਰਗੀ ਵੀ ਨਹੀਂ ਪਈ। ਤੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਚੌਧਰੀ ਜੀ ਇਹ ਵੀ ਅਸੀਂ ਸੋਚੀ ਜਾਂਦੇ ਆ ਵੀ ਪਈ ਕਿਉਂ ਨਹੀਂ। ਹੋਰ ਪਾਤਸ਼ਾਹ ਦੇ ਹੁਕਮ ਦੀ ਬੱਧੀ ਸੀ, ਜਦੋਂ ਗੁਰਦੇਵ ਨੇ ਫੁਰਨਾ ਕਰ ਲਿਆ ਵੀ ਪਈ ਕਿਉਂ ਨਹੀਂ, ਤੇ ਪੈਣੀ ਸੀ। ਝੱਟ ਮਿਰਗੀ ਪਈ, ਚੌਧਰੀ ਕੋਠੇ ਦੀ ਛੱਤ ਤੋਂ ਭਵਾਟੀ ਖਾ ਕੇ ਜ਼ਮੀਨ ਤੇ ਡਿੱਗਾ, ਸਿਰ ਭਰਨੇ, ਗਰਦਨ ਟੁੱਟ ਗਈ ਤੇ ਨਾਲ ਹੀ ਚਾਲੇ ਪਾ ਗਿਆ। ਸੰਕੇਤ ਹੈ ਗੁਰੂ ਹੁਕਮ ਦੇ ਵਿੱਚ ਕੋਈ ਵਰਤੇ ਤੇ ਗੁਰੂ ਕੀ ਕਲਾ ਵਰਤਦੀ ਹੈ। ਜਦੋਂ ਕੋਈ ਗੁਰੂ ਦੇ ਹੁਕਮ ਦੀ ਅਦੂਲੀ ਕਰਕੇ ਗੁਰੂ ਹੁਕਮ ਤੋਂ ਬਾਹਰ ਹੋ ਕੇ ਚੱਲਦਾ, ਉਹਦੇ ਤੇ ਗੁਰੂ ਦੀ ਕਲਾ ਨਹੀਂ, ਗੁਰੂ ਦੀ ਕਰੋਪੀ ਵਰਤਦੀ ਹੈ। ਇਸ ਤਰ੍ਹਾਂ ਕਹਿ ਸਕਦੇ ਆ ਉਹਦੇ ਤੇ ਨਜ਼ਰ ਉਪੱਠੀ ਹੁੰਦੀ ਹੈ, ਔਰ ਉਹਦੀ ਆਪਣੀ ਬਿਰਤੀ ਮੁਤਾਬਕ। ਸੂਰਜ ਨੇ ਚਾਨਣਾ ਸਭ ਨੂੰ ਦੇਣਾ, ਉੱਲੂਆਂ ਲਈ ਦੁਖਦਾਈ ਹੋ ਜਾਂਦਾ, ਚਮਗਿੱਦੜਾਂ ਲਈ ਦੁਖਦਾਈ ਹੋ ਜਾਂਦਾ, ਕਮਲ ਦੇ ਫੁੱਲਾਂ ਤੇ ਚਕਵਿਆਂ ਲਈ ਖੇੜੇ ਵਾਲਾ ਹੁੰਦਾ। ਗੁਰੂ ਸਭ ਤੇ ਤਰਸ ਕਰਦਾ ਹੈ, ਪਰ ਉੱਲੂਆਂ ਤੇ ਚਮਗਿੱਦੜਾਂ ਦੇ ਮਨਿੰਦ ਜਿਹੜੇ ਲੋਕ ਨੇ, ਉਹ ਆਪਣੀ ਹੀ ਮੰਦ ਦ੍ਰਿਸ਼ਟੀ ਕਰਕੇ ਦੁਖੀ ਤੇ ਵਿਆਕੁਲ ਹੁੰਦੇ ਹੈ। ਬੇਅੰਤ ਕੌਤਕ ਜਗਤ ਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗਰੀਬ ਨਵਾਜ ਪਾਤਸ਼ਾਹ ਨੇ ਸ਼ਲੋਕ ਉਚਾਰੇ ਨੇ, ਜੋ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਨੇ। ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਲੜੀਵਾਰ ਕਥਾ ਹੁਕਮਨਾਮਾ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਆ ਹੈ, ਤਖਤਾਂ ਤੇ ਪ੍ਰਕਾਸ਼ਮਾਨ ਹੁੰਦਿਆਂ ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਸ਼ਬਦ ਵਿਚਾਰ ਨਾਲ ਜੁੜੀਏ।
ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਟ ਮਹੱਲਾ ਚੌਥਾ। ਮੇਰੀ ਮਨ ਜਾਪ ਹਰ ਹਰ ਨਾਮ ਸਖੇ। ਨਟ ਰਾਗ ਹੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਸ਼ਬਦ ਉਚਾਰਦੇ ਨੇ, ਹੇ ਮੇਰਿਆ ਮਨਾ, ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਜਪ। ਐਸੇ ਹਰੀ ਦੇ ਨਾਮ ਨੂੰ ਜਪ ਜਿਹੜਾ ਨਾਮ ਤੇਰਾ ਸਖਾ ਬਣੇਗਾ। ਜਪ ਹਰ ਹਰ ਨਾਮ ਸਖੇ, ਜਿਹੜਾ ਨਾਮ ਤੇਰਾ ਸਖਾ ਬਣੇਗਾ, ਤੇਰਾ ਮਿੱਤਰ ਬਣੇਗਾ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ। ਐਸੇ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨੂੰ ਹੇ ਮੇਰਿਆ ਮਨਾ ਜਪ। ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਜਪ ਹਰ ਹਰ ਨਾਮ ਸਖੇ, ਹਰੀ ਦੇ ਨਾਮ ਨੂੰ ਜਪ ਜਿਹੜਾ ਤੇਰਾ ਸਖਾ ਬਣੇਗਾ। ਗੁਰ ਪ੍ਰਸਾਦੀ ਹਰ ਨਾਮ ਧਿਆਇਓ, ਹਮ ਸਤਿਗੁਰ ਚਰਨ ਪਾਖੀ। ਗੁਰੂ ਦੀ ਕਿਰਪਾ ਨਾਲ ਅਸੀਂ ਹਰੀ ਦੇ ਨਾਮ ਨੂੰ ਧਿਆਇਆ ਹੈ ਤੇ ਸਤਿਗੁਰੂ ਜੀ ਨੇ ਮੇਰਾ ਪੱਖ ਕੀਤਾ, ਜਾਂ ਇਸ ਤਰ੍ਹਾਂ ਕਹਿ ਲਈਏ ਮੈਂ ਸਤਿਗੁਰਾਂ ਦੇ ਚਰਨਾਂ ਨੂੰ ਧੋਇਆ। ਪਖੇ ਦਾ ਮਤਲਬ ਪਖਾਰਿਆ। ਗੁਰੂ ਦੇ ਚਰਨਾਂ ਨੂੰ ਜਦੋਂ ਮੈਂ ਪਖਾਰਿਆ ਤੇ ਗੁਰੂ ਨੇ ਕਿਰਪਾ ਕੀਤੀ ਤੇ ਗੁਰੂ ਦੀ ਕਿਰਪਾ ਨਾਲ ਮੈਂ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਰਹਾਉ ਊਤਮ ਜਗਨਨਾਥ ਜਗਦੀਸ਼ਵਰ, ਹਮ ਪਾਪੀ ਸ਼ਰਨ ਰੱਖੀ। ਮੇਰੇ ਵਾਹਿਗੁਰੂ ਜੀ ਉੱਤਮ ਨੇ, ਸਾਰੇ ਜਗਤ ਦੇ ਨਾਥ ਨੇ, ਜਗਤ ਦੇ ਈਸ਼ਵਰ ਨੇ। ਅਸੀਂ ਪਾਪੀ ਮਹਾਰਾਜ ਜੀ ਦੀ ਸ਼ਰਨ 'ਚ ਪਏ ਤੇ ਸਾਨੂੰ ਸਾਹਿਬ ਨੇ ਰੱਖ ਲਿਆ। ਇਹੋ ਜਿਹੇ ਸ਼ਰਨਪਾਲ ਨੇ। ਹਮ ਪਾਪੀ ਸ਼ਰਨ ਰੱਖੇ, ਅਸੀਂ ਪਾਪੀ ਸਾਂ, ਮਹਾਰਾਜ ਜੀ ਦੀ ਸ਼ਰਨ 'ਚ ਆਏ ਤੇ ਸਾਹਿਬ ਜੀ ਨੇ ਸਾਨੂੰ ਤਰਸ ਕਰਕੇ, ਦਇਆ ਕਰਕੇ ਸਾਨੂੰ ਪਾਪੀਆਂ ਨੂੰ ਆਪਣੀ ਸ਼ਰਨ 'ਚ ਰੱਖ ਲਿਆ। ਸਾਨੂੰ ਪਾਪੀਆਂ ਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲਿਆ ਹੈ। ਤੁਮ ਬੜ ਪੁਰਖ ਦੀਨ ਦੁਖ ਭੰਜਨ, ਹਰ ਦਿਓ ਨਾਮ ਮੁਖੀ। ਹੇ ਪ੍ਰਭੂ ਜੀ ਤੁਸੀਂ ਵੱਡੇ ਪੁਰਖ ਹੋ, ਦੀਨਾਂ ਤੇ ਦਇਆ ਕਰਨ ਵਾਲੇ, ਦੀਨ ਦਿਆਲ ਹੋ। ਮਹਾਰਾਜ ਜੀ ਤੁਸੀਂ ਦਇਆ ਕਰਦੇ ਹੋ, ਆਪਣੇ ਮੁਖਾਰ ਬਿੰਦ ਚੋਂ ਆਪਣੇ ਅੰਮ੍ਰਿਤ ਨਾਮ ਦੀ ਦਾਤ ਆਪਣਿਆਂ ਸੇਵਕਾਂ ਨੂੰ ਬਖਸ਼ਦੇ ਹੋ। ਹਰ ਗੁਣ ਊਚ ਨੀਚ ਹਮ ਗਾਏ, ਗੁਰ ਸਤਿਗੁਰ ਸੰਗ ਸਖੀ। ਇਹ ਹਰੀ ਜੀ ਤੁਹਾਡੇ ਗੁਣ ਉੱਚੇ ਨੇ ਤੇ ਮੈਂ ਹਾਂ ਨੀਚ। ਮੈਂ ਨੀਚ ਨੇ ਤੁਹਾਡੇ ਉੱਚੇ ਸਾਹਿਬ ਜੀ ਗੁਣ ਗਾਏ ਹਨ। ਗੁਰ ਸਤਿਗੁਰ ਸੰਗ ਸਖੇ, ਮੇਰੇ ਸਤਿਗੁਰੂ ਜੀ ਮੇਰੇ ਨਾਲ ਸਖੇ ਬਣ ਕੇ ਆਏ, ਉਹਨਾਂ ਦੀ ਸੰਗਤ ਕਰਕੇ ਮੈਂ ਨੀਚ ਨੇ। ਹੇ ਹਰੀ ਜੀ, ਹੇ ਉੱਚੇ ਸਾਹਿਬ ਜੀ ਤੁਹਾਡੇ ਗੁਣ ਗਾਏ ਹਨ। ਜਿਉ ਚੰਦਨ ਸੰਗ ਬਸੈ ਨਿਮ ਬਿਰਖਾ, ਗੁਣ ਚੰਦਨ ਕੇ ਬਸਖੀ। ਕਹਿੰਦੇ ਜਿਵੇਂ ਨਿੰਮ ਦਾ ਦਰਖਤ ਕੁੜੱਤਣ ਭਰਿਆ ਹੁੰਦਾ ਤੇ ਚੰਦਨ ਦੇ ਨਾਲ ਵਸਣ ਲੱਗ ਪਏ ਤੇ ਚੰਦਨ ਉਹਨੂੰ ਆਪਣੇ ਗੁਣ ਬਖਸ਼ ਦਿੰਦਾ, ਉਹਨੂੰ ਆਪਣੀ ਸੁਗੰਧੀ ਬਖਸ਼ ਦਿੰਦਾ।
ਏਦਾਂ ਹੈ ਵਾਹਿਗੁਰੂ ਜੀ, ਮੈਂ ਸੀ ਨਿੰਮ ਵਾਂਗੂ ਕੁੜੱਤਣ ਭਰਿਆ ਨੀਚ, ਤੇ ਜਦੋਂ ਮੈਂ ਸਤਿਗੁਰਾਂ ਦੀ ਸੰਗਤ ਕੀਤੀ ਤੇ ਸਤਿਗੁਰਾਂ ਨੇ ਮੈਨੂੰ ਆਪਣੇ ਵਾਲੇ ਗੁਣ, ਤੇਰੀ ਸਿਫਤ ਗਾਉਣ ਵਾਲੇ ਜਿਹੜੇ ਗੁਣ ਸਨ, ਉਹ ਬਖਸ਼ ਦਿੱਤੇ। ਹਮਰੇ ਆਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ। ਇਹ ਵਾਹਿਗੁਰੂ, ਅਸੀਂ ਅਵਗੁਣਾਂ ਨਾਲ ਭਰੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਲੱਗੇ, ਬਾਰ-ਬਾਰ ਨਿਮਖ ਇਹਨਾਂ ਵਿਕਾਰਾਂ ਨੂੰ ਚਿਤਵਦੇ ਰਹਿੰਦੇ ਆ ਔਰ ਇਹਨਾਂ ਵਿਕਾਰਾਂ ਦੇ ਵਿੱਚ ਹੀ ਖਚਤ ਹੋ ਰਹੇ। ਮਹਾਰਾਜ ਜੀ, ਇਹਨਾਂ ਵਿਕਾਰਾਂ ਤੋਂ ਸਾਡਾ ਖਹਿੜਾ ਨਹੀਂ ਛੁੱਟਦਾ, ਇਹਨਾਂ ਵਿਕਾਰਾਂ ਦੇ ਵਿੱਚ ਹੀ ਸਾਡਾ ਜੀਵਨ ਬਸਰ ਹੋ ਰਿਹਾ ਹੈ। ਆਵਗਣਿਆਰੇ ਪਾਥਰ ਭਾਰੇ ਹਰ ਤਾਰੇ ਸੰਗ ਜਾਨਖੇ। ਹੇ ਵਾਹਿਗੁਰੂ, ਅਸੀਂ ਔਗਣ ਆ ਰਹੇ ਹਾਂ, ਸਾਡੇ ਚ ਔਗਣ ਹੀ ਔਗਣ ਭਰੇ, ਤੇ ਇਦਾਂ ਕਹਿ ਸਕਦੇ ਜਿਵੇਂ ਪੱਥਰ ਭਾਰਾ ਹੁੰਦਾ ਡੁੱਬ ਜਾਂਦਾ ਹੈ, ਅਸੀਂ ਔਗਣ ਆ ਰਹੇ ਪੱਥਰਾਂ ਦੇ ਸਮਾਨ ਡੁੱਬਣ ਵਾਲੇ ਸਾਂ। ਪਰ ਮਹਾਰਾਜ ਜੀ, ਤੁਸੀਂ ਕਿਰਪਾ ਕੀਤੀ, ਸਾਨੂੰ ਆਪਣੇ ਜਨਾਂ ਦੀ ਸੰਗਤ ਦੇ ਦਿੱਤੀ ਤੇ ਅਸੀਂ ਪੱਥਰਾਂ ਦੇ ਮਨਿੰਦ ਵੀ ਉਹਨਾਂ ਦੀ ਸੰਗਤ ਕਰਕੇ ਤਰ ਗਏ। ਅਸੀਂ ਸੀ ਪੱਥਰਾਂ ਦੇ ਮਨਿੰਦ ਅਵਗਣਿਆਰੇ ਡੁੱਬਣ ਵਾਲੇ, ਪਰ ਤੁਹਾਡੇ ਜਨਾਂ ਦਾ ਸੰਗ ਕਰਕੇ ਉਹਨਾਂ ਨੇ ਸਾਡੇ ਤੇ ਤਰਸ ਕੀਤਾ ਤੇ ਸਾਨੂੰ ਪੱਥਰਾਂ ਨੂੰ ਵੀ, ਜਿਵੇਂ ਪੱਥਰ ਬੇੜੀ ਤੇ ਧਰ ਕੇ ਤਰ ਜਾਂਦੇ ਐ, ਏਦਾਂ ਸਤਿਪੁਰਸ਼ਾਂ ਦੀ ਸੰਗਤ ਕਰਕੇ ਅਸੀਂ ਤਰ ਗਏ। ਜਿਨ ਕੋ ਤੁਮ ਹਰ ਰਾਖੋ ਸੁਆਮੀ ਸਭ ਤਿਨ ਕੇ ਪਾਪ ਕਰਖੇ। ਹੇ ਪ੍ਰਭੂ ਜੀ, ਜਿਨ੍ਹਾਂ ਨੂੰ ਤੁਸੀਂ ਆਪਣੀ ਸ਼ਰਨ 'ਚ ਰੱਖ ਲੈਂਦੇ ਹੋ, ਤਿਨਾਂ ਦੇ ਪਾਪਾਂ ਨੂੰ ਕ੍ਰਿਖੇ ਦਾ ਮਤਲਬ ਹੁੰਦਾ ਵੀ ਖਿੱਚ ਲੈਂਦੇ ਹੋ, ਤਿਨਾਂ ਦੇ ਪਾਪਾਂ ਨੂੰ ਨਿਰਵਾਰ ਦਿੰਦੇ ਹੋ। ਜਾਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸ਼ਟ ਤਾਰੇ ਹਰਣਖੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਹੇ ਪ੍ਰਭੂ, ਤੁਸੀਂ ਸਾਡੇ ਤੇ ਦਿਆਲ ਹੋ, ਜਿਨ੍ਹਾਂ ਤੇ ਤੁਸੀਂ ਦਇਆ ਕਰਦੇ ਹੋ, ਤੁਸੀਂ ਤਾਂ ਹਰਨਾਕਸ਼ ਵਰਗੇ ਤਾਰ ਦਿੱਤੇ ਦੁਸ਼ਟ ਬਿਰਤੀ ਵਾਲੇ ਜਿਹੜੇ ਹਰਨਾਕਸ਼ ਵਰਗੇ ਸੀ, ਤੁਸਾਂ ਤਾਂ ਉਹ ਵੀ ਤਾਰ ਦਿੱਤੇ। ਮਹਾਰਾਜ, ਸਾਡੇ ਤੇ ਵੀ ਤਰਸ ਕਰੋ, ਅਸੀਂ ਤੁਹਾਡੀ ਸ਼ਰਨ ਵਿੱਚ ਹਾਂ, ਤੁਹਾਡੀ ਪਨਾਹ ਵਿੱਚ ਹਾਂ। ਤਾਰੋ ਤਾਰਨ ਹਾਰਿਆ, ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਡੁੱਬਦਿਆਂ ਨੂੰ ਤਾਰੋ। ਗਰੀਬ ਨਵਾਜ ਪਾਤਸ਼ਾਹ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਇੱਕ ਵਾਰ ਫੇਰ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਨ, ਸਾਡਾ ਸਭ ਦਾ ਗਾਵਿਆ ਸੁਣਿਆ ਥਾਏ ਪਾਵਨ। 9 ਵਜੇ ਤਕਰੀਬਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜਿਹੜੇ ਹਾਜ਼ਰੀਆਂ ਭਰ ਸਕਦੇ ਨੇ ਭਰੋ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।